कारण की है कि तुसी अद्धा किला ही जिहड़ा वो कणक दा बीजदे हो, सारी सारी क्यों बीज रहे हो, सब्जी क्यों बीज रहे हो? तुसी 2 एकड़ ਜ਼ਮੀਨ ਦੇ ਵਿੱਚ ਸਾਰੀ ਸਾਰੀ ਕਣਕ ਲਾਉਂਦੇ ਹੋ, ਤੁਹਾਨੂੰ ਉਹ ਬੈਨੀਫਿਟ ਰਹਿੰਦਾ ਕਿ ਜਾਂ ਸਾਰੀ ਸਾਰੀ ਸਬਜ਼ੀ ਲਾਉਂਦੇ ਹੋ ਉਹ ਠੀਕ ਰਹਿੰਦਾ? ਇਹ ਹੁਣ ਕਰਜ਼ਾ ਕਿਸ ਤਰ੍ਹਾਂ ਲੱਥਣਾ ਸਾਨੂੰ ਹੁਣ ਗਾਣ ਪਤਾ। ਸਰਕਾਰਾਂ ਫੇਰ ਗਾਂ ਹੜਤਾਲਾਂ ਕਰੀ ਫਿਰਦੀਆਂ ਨੇ, ਲੋਕਡਾਊਨ ਨੂੰ ਲਾਉਣ ਨੂੰ ਫਿਰਦੀਆਂ ਨੇ। ਹੁਣ ਜਿਹੜੇ ਖਰਚੇ ਸਾਡੇ ਲੱਗੇ ਉਹ ਸਾਡੇ ਵਾਪਸ ਕਿਸ ਤਰ੍ਹਾਂ ਹੋਣਗੇ? ਹੁਣ ਸਾਨੂੰ ਲੋੜ ਪੈਂਦੀ ਹੈ ਜੇ 1000 ਦੀ 2000 ਦੀ 5000 ਦੀ ਅਸੀਂ ਆੜਤੀ ਕੋ ਫਟ ਫੜ ਲਈਦਾ, ਲਿਆ ਕੇ ਤੇ ਆਪਣਾ ਟਾਈਮ ਪਾਸ ਕਰ ਲਈਦਾ। ਹੁਣ ਬੰਦੇ ਦਿਹਾੜੀ ਤੇ ਡਾਉਣੇ ਆ, ਜਾਂ ਕੋਈ ਬੀਜ ਲਿਆਉਣਾ ਵਾ, ਜਾਂ ਖਾਦ ਲਿਆਉਣੀ ਆ, ਕੋਈ ਟਰੈਕਟਰ ਦਾ ਤੇਲ ਲਿਆਉਣਾ, ਦਵਾਈ ਲਿਆਉਣੀ, ਅਸੀਂ ਆੜਤੀ ਕੋ ਭੱਜ ਕੇ ਲੈ ਲਈਦੇ। ਤੇ ਬਾਕੀ ਜੇ ਸਰਕਾਰ ਤੋਂ ਕਿਸ ਤਰ੍ਹਾਂ ਲੈਣ ਜਾਵਾਂਗੇ? ਬਹੁਤ ਸਾਰੇ ਫਿਲਮੀ ਸਿਤਾਰਿਆਂ ਨੇ ਉਸ ਕਿਸਾਨੀ ਸੰਘਰਸ਼ ਦਾ ਵਿਰੋਧ ਕੀਤਾ। ਇਹਨਾਂ ਦਾ ਕਹਿਣਾ ਹੈ ਕਿ ਇਹ ਕਿਸਾਨ ਜਿਹੜੇ ਨੇ ਇਹਨਾਂ ਨੇ 10-10 ਲੱਖ ਦੀਆਂ ਗੱਡੀਆਂ ਰੱਖੀਆਂ ਹੋਈਆਂ ਨੇ, ਇਹਨਾਂ ਨੂੰ ਬਾਹਰੋਂ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਜਗਤਾਰ ਮਾਲਾ। ਗੱਲ ਕਿਸਾਨੀ ਸੰਘਰਸ਼ ਦੀ ਕਰੀਏ ਤਾਂ ਹਰ ਪਾਸੇ ਕਿਸਾਨੀ ਸੰਘਰਸ਼ ਦੀ ਗੱਲ ਚੱਲ ਰਹੀ ਆ, ਤਾਂ ਦੂਜੇ ਪਾਸੇ ਲੱਖਾਂ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਨੇ। ਤਾਂ ਇੱਕ ਪਾਸੇ ਇਸ ਅੰਦੋਲਨ ਨੂੰ ਢਾਹ ਲਾਉਣ ਵਾਸਤੇ, ਇਸ ਅੰਦੋਲਨ ਦਾ ਵਿਰੋਧ ਕਰਨ ਵਾਸਤੇ ਬਹੁਤ ਸਾਰੇ ਫਿਲਮੀ ਸਿਤਾਰਿਆਂ ਦਾ ਕਹਿਣਾ ਹੈ ਕਿ ਜੋ ਕਿਸਾਨ ਨੇ ਇਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਆ, ਕਿਤੇ ਨਾ ਕਿਤੇ 10-10 ਲੱਖ ਦੀਆਂ ਇਹਨਾਂ ਨੇ ਗੱਡੀਆਂ ਰੱਖੀਆਂ ਹੋਈਆਂ ਨੇ। ਸਕਾਈ ਨਿਊਜ਼ ਪੰਜਾਬ ਅੱਜ ਤੁਹਾਨੂੰ ਗਰਾਊਂਡ ਜ਼ੀਰੋ ਦੀ ਰਿਪੋਰਟ ਦਿਖਾ ਰਿਹਾ ਕਿ ਕਿਸਾਨੀ ਦਾ ਅਸਲੀ ਮੁੱਦਾ ਕੀ ਆ, ਤਾਂ ਕਿਸਾਨ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰ ਰਿਹਾ। ਸੋ ਤੁਸੀਂ ਤਸਵੀਰਾਂ ਸਕਾਈ ਨਿਊਜ਼ ਪੰਜਾਬ ਤੇ ਵੇਖ ਸਕਦੇ ਹੋ ਕਿ ਕਿਸਾਨੀ ਦੀ ਅਸਲੀ ਮਹਾਨਤਾ ਕੀ ਆ, ਕਿਸਾਨ ਕਿਸ ਤਰੀਕੇ ਨਾਲ ਆਪਣੀ ਮਿਹਨਤ ਮਜ਼ਦੂਰੀ ਕਰਦਾ ਆ। ਸਾਡੇ ਨਾਲ ਕੁਝ ਕਿਸਾਨ ਨੇ, ਗੱਲਬਾਤ ਕਰਾਂਗੇ। ਜੀ ਕੀ ਨਾਮ ਤੁਹਾਡਾ? ਜੀ ਲਖਵਿੰਦਰ ਸਿੰਘ ਜੀ। ਲਖਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਪੰਡਿਆਰਾਂ ਦੇ, ਪੰਡਿਆਰ, ਅੰਮ੍ਰਿਤਸਰ ਜੀ। ਤਾਂ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ? ਸਾਡੇ ਕੋਲ 2 ਕਿੱਲੇ ਜੀ। 2 ਕਿੱਲੇ। ਹਾਂਜੀ। ਤਾਂ ਲਖਵਿੰਦਰ ਸਿੰਘ ਜੀ 2 ਕਿੱਲੇ ਦੇ ਵਿੱਚ ਤੁਸੀਂ ਕੀ ਬੀਜਿਆ ਆ? ਅਸੀਂ ਲਾਇਆ ਜੀ ਕਰੇਲਾ ਕਿੱਲਾ ਕੁ ਲਾਇਆ, ਤੇ ਅੱਧਾ ਕਿੱਲਾ ਲਾਈ ਹੈ ਦੂਜੀ ਗੋਭੀ ਜੀ, ਅੱਧਾ ਕਿੱਲਾ ਕਣਕ ਬੀਜੀ। 2 ਏਕੜ ਦੇ ਵਿੱਚ ਤੁਸੀਂ ਸਾਰਾ ਕੁਝ ਬੀਜ ਲਿਆ, ਕਣਕ ਬੀਜ ਲਈ, ਗੋਭੀ ਬੀਜ ਲਈ ਆ, 1 ਕਿੱਲਾ ਕਰੇਲੇ ਬੀਜ ਲਏ ਆ। ਤਾਂ ਕਰੇਲੇ ਬੀਜਣ ਦਾ ਤੁਹਾਡੇ 'ਚ ਕਿਵੇਂ ਖਿਆਲ ਆਇਆ? ਖਿਆਲ ਜੀ ਪਹਿਲੇ ਸਾਲ ਅਸੀਂ ਲਾਇਆ ਕਨਾਲੇ ਕਥਾਂ ਜੀ, ਤੇ ਚੰਗਾ ਨਫਾ ਹੋਇਆ ਸਾਨੂੰ। ਤੇ ਦੂਰੇ ਸਾਲ ਹੋਏ ਅਸੀਂ ਲਾ ਲਿਆ ਕਿੱਲਾ ਇੱਕ ਫੇਰ ਕਿੱਲਾ ਲਾਇਆ, ਤੇ ਪਿਛਲੇ ਸਾਲ ਮੁੜ ਕੇ ਲਾਕਡਾਊਨ ਲੱਗ ਗਿਆ, ਉਹ ਸਾਡਾ ਮਿੱਟੀ ਹੋ ਗਿਆ ਹਰੇ। ਤੇ ਐਤਕੀ ਫੇਰ ਅਸੀਂ ਲਾ ਦਿੱਤਾ, ਚਲੋ ਵੇਖ ਕੇ ਰੱਬ ਦੇ ਆਸਰੇ ਤੇ ਹੁਣ ਵੇਖੋ ਮਾਲਕ ਦੇ ਹੱਥੇ ਗਾਣ ਕੀ ਬਣਦਾ ਕੀ ਨਹੀਂ। ਅੱਜ ਵੀ ਤੁਸੀਂ 1 ਕਿੱਲਾ ਦੱਸਿਆ ਕਿ 1 ਕਿੱਲਾ ਪੂਰੀ ਦਾ ਪੂਰਾ ਤੁਸੀਂ ਕਰੇਲਾ ਲਾ ਦਿੱਤਾ, ਤਾਂ 1 ਕਿੱਲੇ ਤੇ ਕਿੰਨਾ ਕੁ ਖਰਚਾ ਲੱਗਾ ਤੁਹਾਡਾ? ਖਰਚਾ ਲੱਗਾ ਜੀ 60-70 ਹਜ਼ਾਰ ਰੁਪਇਆ ਲੱਗ ਗਿਆ। ਪਿਛਲੀ ਵਾਰ ਮਹੀਨਾ ਲੱਗਾ ਸੀ, ਉਹ ਸਾਡਾ ਮਿੱਟੀ ਹੋ ਗਿਆ ਹਰੇ। ਤੇ ਹੁਣ ਫੇਰ ਲਾ ਦਿੱਤਾ ਵਾ ਰੱਬ ਦੇ ਆਸਰੇ ਤੇ। ਵੇਖੋ ਹੁਣ ਸਰਕਾਰਾਂ ਤੇ ਬੜਾ ਕੁਝ ਜਾਂਦੀਆਂ ਨੇ, ਬਾਕੀ ਚਲੋ ਕੁਦਰਤ ਦੇ ਹੱਥ ਆ। ਬਾਕੀ ਹੁਣ ਸਾਰਾ ਪਰਿਵਾਰ ਅਸੀਂ ਵੇਖ ਲਓ ਮਿਹਨਤ ਕਰਨ ਦੇ ਆ, ਜੋ ਵੀ ਵੇਖ ਲਓ ਜਿੱਥੇ ਵੀ ਹੈਗਾ ਸਾਰਾ ਪਰਿਵਾਰ ਸਾਡਾ ਲੱਗਾ ਆਪ ਕਰਕੇ, ਤੇ ਅਸੀਂ ਤਿਆਰ ਕਰਕੇ ਤੇ ਵੇਚਦੇ ਜਾ ਕੇ ਮੰਡੀ। ਜੇ ਤੁਸੀਂ ਦੱਸਿਆ ਕਿ 60-70 ਹਜ਼ਾਰ ਰੁਪਇਆ ਤੁਸੀਂ ਇਸ ਕਰੇਲੇ ਦੇ ਖੇਤ ਤੇ ਲਾ ਦਿੱਤਾ, ਹੁਣ ਜੇ ਗੱਲ ਕਰੀਏ ਮੰਡੀ ਦੇ ਵਿੱਚ 50-60 ਰੁਪਏ ਕਰੇਲਾ ਵਿਕਣ ਡਿਆ, ਆਉਣ ਵਾਲੇ ਸਮੇਂ ਦੇ ਵਿੱਚ ਇਹ ਕਦੋਂ ਕੁ ਕਰੇਲਾ ਤੁਹਾਡਾ ਤਿਆਰ? ਇਹ ਹੋ ਜੂ 30 ਦਿਨਾਂ ਦੇ ਵਿੱਚ ਤਿਆਰ ਹੋ। 30 ਦਿਨਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਭਾਅ 40-50 ਰੁਪਏ ਰਹੂਗਾ ਕਿ ਡਾਊਨ ਹੋ ਜਾਊਗਾ? ਮੁਸ਼ਕਿਲ ਹੈ ਉਹਨੇ ਚ ਨੂੰ ਡਾਊਨ ਹੋ ਜਾਣਾ ਬਹੁਤ। ਵੇਖੋ ਸਾਨੂੰ 10 ਰੁਪਏ ਮਿਲ ਜੇ ਨਹੀਂ ਬੜੇ ਆ, ਜ਼ਿਆਦਾ ਤਾਂ ਨਹੀਂ। 10 ਰੁਪਏ ਮਿਲ ਜੇ ਨਾ ਸਾਨੂੰ ਬੜਾ ਵਾ, ਤੇ ਸਾਨੂੰ 2 ਰੁਪਏ ਨਹੀਂ ਮਿਲਦੇ ਮੁੜ ਕੇ। ਇਹ 10-15 ਕਿਲੋ ਲਿਫਾਫਾ ਜਿਹੜਾ ਸਾਡਾ ਵੀ 50 ਦਾ 40 ਦਾ ਵਿਕਦਾ ਰਿਹਾ, ਪਿਛਲੇ ਸਾਲ ਵੀ ਉਹੀ। ਹੁਣ ਦਾ ਵੇਖੋ ਹੁਣ ਕਾਂ ਵੀ ਬਣਦਾ ਤੇ ਕੀ ਬਣਦਾ ਹੁਣ ਵੇਖੋ ਗਾਂ। ਤਾਂ ਜਿਵੇਂ ਤੁਸੀਂ ਇਹ 60-70 ਹਜ਼ਾਰ ਰੁਪਏ ਤੁਸੀਂ ਲਾਤਾ ਕਰੇਲੇ ਦਾ, ਜੇ ਰੇਟ ਡਾਊਨ ਹੋ ਗਿਆ ਤੇ ਤੁਹਾਡੇ ਖਰਚ ਕਿਵੇਂ ਪੂਰੇ ਹੋਣਗੇ? ਖਰਚ ਫਿਰ ਵੇਖੋ ਉਹਦੇ ਮਾਲਕ ਦੇ ਹੱਥ 'ਚ ਹੀ ਹੋਣਾ। ਅਸੀਂ ਤੇ ਖਰਚਾ ਪੂਰਾ ਕਰ ਦਿੱਤਾ, ਬਾਕੀ ਜੇ ਸਾਨੂੰ ਮਿਹਨਤ ਪੂਰੀ ਮਿਲ ਜਾਵੇ ਫਿਰ ਤੇ ਅਸੀਂ ਮਰਦੇ ਨਹੀਂ ਕਦੀ ਵੀ। ਜਿਵੇਂ ਤੁਸੀਂ ਦੱਸਿਆ ਪਿਛਲੀ ਵਾਰ ਵੀ ਤੁਸੀਂ 1 ਕਿੱਲਾ ਕਰੇਲਿਆਂ ਦਾ ਬੀਜਿਆ ਸੀ, ਲੋਕਡਾਊਨ ਹੋ ਗਿਆ ਸੀਗਾ, ਤਾਂ ਕੀ ਮੁਸ਼ਕਲ ਆਈ ਸੀ, ਕੀ ਕਾਰਨ ਸੀ ਜਿਹੜਾ ਉਹ ਉਦੋਂ ਵਿਕਿਆ ਨਹੀਂ? ਵਿਕਦਾ ਨਹੀਂ ਸੀ ਜੀ, ਉਹ ਲੋਕਡਾਊਨ ਸੀ। ਜੇ ਪੁਲਿਸ ਵਾਲੇ ਅੰਦਰ ਨਹੀਂ ਸਾਨੂੰ ਵੜਨ ਦਿੰਦੇ ਕਿਤੇ, ਤੇ ਬਾਹਰ ਵਿਕਦਾ ਨਹੀਂ ਕਰੇਲਾ ਸਾਡਾ। ਜੇ ਜੋ ਖੁੱਲ੍ਹ ਦਿੰਦੇ ਸੀ ਤੁਸੀਂ ਡਾਂਗਾਂ ਵਾਲੇ ਆਣ ਟੱਕਰ ਪਏ, ਜੇ ਲੈ ਕੇ ਜਾਂਦੇ ਹਾਂ ਤਾਂ ਡਾਂਗਾਂ ਲੈ ਕੇ ਕੁੱਟਣ ਡੈ ਪੈਂਦੇ ਸੀ ਉਸੇ ਵੇਲੇ, ਤਾਂ ਅਸੀਂ ਕੀ ਵੇਚਣਾ ਕਿੱਥੇ? ਉਹ ਇਸ ਕਰਕੇ ਮੁੜ ਕੇ ਕਰੇਲਾ ਬਹੁਤ ਡਾਊਨ ਹੋ ਗਿਆ। ਜਿਹੜੇ ਖਰੀਦਣ ਵਾਲੇ ਉਹ ਨਹੀਂ ਖਰੀਦਦੇ ਗਾੜੀਆਂ। ਹਰ ਇੱਕ ਵਿਗੇ ਕਰੇਲੇ ਦਾ ਕੀ ਕੀਤਾ ਜਦੋਂ ਇੰਨੀ ਜ਼ਿਆਦਾ ਡਾਊਨ ਪੋਜੀਸ਼ਨ ਆ ਗਈ? ਤਾਂ ਮੁੜ ਕੇ ਕੱਖ ਵੀ ਨਾ, ਮੁੜ ਕੇ ਵਿੱਚ ਹੀ ਰਹਿਣ ਦਿੱਤਾ, ਖਲੋਤਾ ਪੱਕ ਗਿਆ, ਇੱਥੇ ਸੁੱਕ ਗਿਆ ਇੱਥੇ। ਅੱਛਾ, ਵਿੱਚ ਹੀ। ਤਾਂ ਖਰਚ ਵੀ ਪੂਰਾ ਨਹੀਂ ਹੋਇਆ? ਨਾ ਨਾ ਨਾ। ਫਿਰ ਇਸ ਵਾਰ ਸਾਡਾ ਖਰਚਾ ਨਹੀਂ ਪੂਰਾ ਹੋਇਆ, ਤੇ ਅਸੀਂ ਇਹਨੂੰ ਤੋੜਨਾ ਕਿਸ ਤਰ੍ਹਾਂ ਹੈ? ਜਾਂ ਤਾਂ ਸਾਨੂੰ ਕੁਝ ਮਿਲਦਾ ਗਾੜੀ ਤੇ ਖੜਦੇ ਉੱਥੇ, ਤੇ ਜੋ ਮਿਲਦਾ ਕੁਛ ਨਹੀਂ, ਅਸੀਂ ਮੁੜ ਕੇ ਵਿੱਚ ਹੀ ਰਹਿਣ ਦਿੱਤਾ, ਵਿੱਚ ਪੱਕ ਗਿਆ ਸਾਡਾ, ਸੁੱਕ ਗਿਆ ਵਿੱਚ ਹੀ। ਤਾਂ ਇਸ ਵਾਰ ਤੁਸੀਂ ਹਾਲੇ ਕਿਹੜਾ ਪੰਜਾਬ ਦੇ ਵਿੱਚੋਂ, ਦੇਸ਼ ਦੇ ਵਿੱਚੋਂ ਕਰੋਨਾ ਖਤਮ ਹੋ ਗਿਆ, ਫਿਰ ਤੁਸੀਂ ਦੁਬਾਰਾ ਰਿਸਕ ਕਿਵੇਂ ਲੈ ਲਿਆ? ਅਸੀਂ ਹੁਣ ਇਹ ਕਰਾਂ ਹੋ ਗਿਆ ਹੈ ਨਾ, ਕਰੋਨਾ ਦਾ ਬਹਾਲ ਹੋ ਗਿਆ ਹੈ ਨਾ, ਕਰੋਨਾ ਵੀ ਖਤਮ ਹੋ ਗਈ ਆ, ਹੁਣ ਫਿਰ ਡਏ ਨੇ ਕਰੋਨਾ ਦਾ ਹੇਰ ਕੱਢਣ ਡਏ ਨੇ।
ਲਖਵਿੰਦਰ ਸਿੰਘ ਜੀ, ਫਿਰ ਪੰਜਾਬ ਸਰਕਾਰ ਕਹਿੰਦੀ ਹੈ ਕਿਤੇ ਨਾ ਕਿਤੇ ਲੋਕਡਾਊਨ ਲੱਗ ਵੀ ਸਕਦਾ, ਜਿਵੇਂ ਮੈਚ ਪੈਲਸ ਕਾਫੀ ਰੈਲੀਆਂ ਵੀ ਜਿਹੜੀਆਂ ਕੈਪਟਨ ਨੇ ਬੰਦ ਕਰ ਦਿੱਤੀਆਂ ਨੇ। ਜੇ ਫਿਰ ਦੁਬਾਰਾ ਲੋਕਡਾਊਨ ਲੱਗ ਗਿਆ ਮਹੀਨੇ ਅੰਦਰ ਤੇ ਤੁਹਾਡਾ ਫਿਰ ਨੁਕਸਾਨ ਨਹੀਂ ਲੱਗਦਾ? ਹੋ ਜਾਊਗਾ ਜੀ, ਹੋ ਜਾਊ ਨੁਕਸਾਨ ਪੱਕਾ, ਇਹ ਮੈਨੂੰ ਯਾਦ ਦਾ ਹੋ ਜਾਏਗਾ, ਲੱਗੂਗਾ। ਜਾਂ ਲੋਕਡਾਊਨ ਲਾਉਂਦੇ ਆ ਨਾ, ਇਹ ਮੇਰਾ ਨੁਕਸਾਨ ਸਾਡਾ ਫਿਰ ਹੋ ਜਾਊਗਾ। ਇੱਕ ਵੱਡੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਵੇਂ ਬਹੁਤ ਸਾਰੇ ਕਿਸਾਨ ਨੇ ਉਹ ਸਾਰੀ ਦੀ ਸਾਰੀ ਕਣਕ ਬੀਜ ਦਿੰਦੇ ਆ ਕਿ ਕਣਕ ਹੋਏਗੀ ਮੰਡੀ 'ਚ ਸੁੱਟਾਂਗੇ ਪੈਸਾ ਤੇ ਲਾਊਗਾ। ਤੁਸੀਂ ਸਭ ਤੋਂ ਛੋਟੇ ਕਿਸਾਨ ਹੋ, ਜਿਵੇਂ ਤੁਸੀਂ ਦੱਸਿਆ ਕਿ 2 ਏਕੜ ਜ਼ਮੀਨ ਤੁਹਾਡੇ 'ਚ ਕਿਵੇਂ ਸੋਚ ਆਈ ਕਿ ਤੁਸੀਂ ਮੇਰੇ ਹਿਸਾਬ ਨਾਲ ਸਾਰੇ ਦਾ ਸਾਰਾ ਹਿੱਸਾ ਜਿਹੜਾ ਉਹ ਤੁਸੀਂ ਉਹਦੇ 'ਚ ਸਬਜ਼ੀ ਬੀਜਤੀ, ਤਾਂ ਜਿਹੜੀ ਕਣਕ ਸੀ ਉਹ ਇੱਕ ਅੱਧਾ ਕਿੱਲਾ ਹੀ ਬੀਜੀ ਆ? ਹਾਂਜੀ ਹਾਂਜੀ, ਉਹ ਸਾਨੂੰ ਪਹਿਲੇ ਸਾਲ ਅਸੀਂ ਲਾਇਆ ਇੱਕ ਕਨਾਲ 1.5 ਕਨਾਲ ਥਾਂ, ਉੱਥੇ ਬਹੁਤ ਨਫਾ ਹੋਇਆ ਸਾਨੂੰ। ਉਸ ਤੋਂ ਬਾਅਦ 'ਚ ਅਸੀਂ ਕਿੱਲਾ ਇਹ ਠੋਕਤਾ, ਉਹ ਕਿੱਲੇ ਦੇ ਸਾਨੂੰ ਲੈ ਕੇ ਬਹਿ ਗਿਆ, ਖਤਮ ਕਰ ਦਿੱਤਾ। ਐਤਕੀ ਫਿਰ ਅਸੀਂ ਉਸੇ ਹਿਸਾਬ ਨਾਲ ਲਾਇਆ, ਸ਼ਾਇਦ ਪਿਛਲੀ ਵਾਰ ਤੇ ਐਤਕੀ ਸੀ, ਅਗਲੇ ਸਾਲ ਸੀ। ਤੋ ਫਿਰ ਹੁਣ ਵੇਖੋ ਮਾਲਕ ਦੇ ਹੱਥ ਡੋਰ ਕੇ ਜੋ ਕਰਦਾ ਪਰਮੇਸ਼ਰ। ਜਿਵੇਂ ਮੈਂ ਤੁਹਾਨੂੰ ਪੁੱਛਿਆ ਸੀ ਵੀ ਕੀ ਕਾਰਨ ਕੀ ਹੈ ਕਿ ਤੁਸੀਂ ਅੱਧਾ ਕਿੱਲਾ ਹੀ ਜਿਹੜਾ ਉਹ ਕਣਕ ਦਾ ਬੀਜਦੇ ਹੋ? ਸਾਰੀ ਕਿਉਂ ਬੀਜ ਰਹੇ ਹੋ, ਸਬਜ਼ੀ ਕਿਉਂ ਬੀਜ ਰਹੇ ਹੋ? ਸਿਰਫ ਜੀ ਆਪਾਂ ਖਾਣ ਜੋਗੀ ਕਣਕ ਲਾਉਣੀ, ਆਪਣੇ ਪਰਿਵਾਰ ਜੋਗੀ, ਜਿੰਨੀ ਕੁ ਵੀ ਆਪਾਂ ਘਰ ਖਾ ਲੈਣੀ ਹੈ, ਵੇਚਣ ਜੋਗੀ ਨਹੀਂ ਲਾਉਣੀ। ਬਾਕੀ ਸਬਜ਼ੀਆਂ ਦੇ ਵਿੱਚ ਨਫਾ ਹੈਗਾ ਸੀ ਪਹਿਲਾਂ, ਹੁਣ ਨਹੀਂ ਹੈਗਾ, ਜਦੋਂ ਦਾ ਪਿਛਲੇ ਸਾਲ ਦਾ ਖਤਮ ਕਰ ਦਿੱਤਾ। ਲਖਵਿੰਦਰ ਸਿੰਘ ਜੀ, ਸਬਜ਼ੀ ਤੇ ਜ਼ਰੂਰਤ ਪੈਂਦੀ ਹੈ, ਖਰਚਾ ਲੱਗਦਾ ਹੈ, ਤਾਂ ਕਿੱਥੋਂ ਲੈਂਦੇ ਹੋ? ਜਿਵੇਂ ਅੱਜ ਕੱਲ੍ਹ ਕੇਂਦਰ ਸਰਕਾਰ ਕਹਿ ਰਹੀ ਆ ਕਿ ਜਿਹੜਾ ਆੜ੍ਹਤੀਆ ਵਾ ਉਹ ਵਿੱਚੋਂ ਕੱਢ ਦਿੱਤਾ ਜਾਵੇ, ਸਿੱਧਾ ਜਿਹੜੀ ਅਦਾਇਗੀ ਆ ਕਿਸਾਨਾਂ ਦੇ ਖਾਤਿਆਂ 'ਚ ਆਵੇਗੀ। ਤੁਸੀਂ ਕਿਵੇਂ ਵੇਖਦੇ ਹੋ? ਤੁਸੀਂ ਵੀ ਇੱਕ ਕਿਸਾਨ ਹੋ, ਛੋਟੇ ਕਿਸਾਨ ਹੋ, ਤਾਂ ਤੁਹਾਨੂੰ ਖਰਚਾ ਕਿੱਥੋਂ ਲੈਂਦੇ ਹੋ ਤੁਸੀਂ? ਅਸੀਂ ਜੀ ਆੜ੍ਹਤੀ ਕੋਲ ਲੈਂਦੇ, ਆੜ੍ਹਤੀਆ ਸਾਡਾ ਸਬਜ਼ੀ ਵਾਲਾ, ਉਹਦੇ ਕੋਲ ਲਿਆਈਦਾ ਵਾ ਖਰਚਾ, ਜਿਹੜਾ ਵੀ ਜਿੰਨਾ ਵੀ ਖਰਚਾ ਉਹ ਕੋਲ ਲਿਆਈਦਾ, ਮੁੜ ਕੇ ਬਾਅਦ 'ਚ ਉਹਨੂੰ ਕਟਾ ਲਈਦਾ ਬਾਅਦ 'ਚ। ਉਹ 2 ਰੁਪਏ ਸਾਡੇ ਕੋਲ ਲੈਣ ਡਿਆ, 2 ਰੁਪਏ ਅਸੀਂ ਖਰਚਾ ਦੇਣ ਡੇ ਨੂੰ, ਦੇ ਕੇ ਉਹਨੇ ਪਹਿਲਾਂ ਆਪਣਾ ਖਰਚਾ ਕੱਟਣਾ ਹੈ, ਬਾਅਦ 'ਚ ਸਾਨੂੰ ਖਰਚਾ ਦੇਣਾ ਉਹਨੇ, ਜਿੰਨੇ ਪੈਸੇ ਲੱਗੇ ਆ। ਹੁਣ 70-80 ਹਜ਼ਾਰ ਰੁਪਈਆ ਅਸੀਂ ਉੱਤੇ ਲਾਤਾ, ਕਰੇਲੇ ਦੇ ਉੱਤੇ ਲਾ ਦਿੱਤਾ ਖਰਚਾ ਸਾਰਾ। ਇਹ ਹੁਣ ਰੱਬ ਦੇ ਆਖਰੇ ਆ, ਜੋ ਮਿਲ ਜਾ ਠੀਕ ਆ, ਨਹੀਂ ਤੇ ਸਾਰਾ। ਜੇ ਸਰਕਾਰ ਆੜ੍ਹਤੀਏ ਨੂੰ ਵਿੱਚੋਂ ਕੱਢ ਦੂਗੀ ਤੇ ਕਿਸਾਨ ਦਾ ਕਿੰਨਾ ਕੁ ਨੁਕਸਾਨ ਹੈ? ਕਿਸਾਨ ਦਾ ਬਹੁਤ ਨੁਕਸਾਨ ਹੋ ਸਕਦਾ ਜੀ। ਹੁਣ ਸਰਕਾਰ ਦੇ ਘਰੋਂ ਕਿੰਨਾ ਕੁ ਪੈਸਾ ਕੋਈ ਲੈ ਕੇ ਆਊਗਾ? ਸਰਕਾਰ ਦੇ ਜੂਗੀ ਕਿਤੇ? ਹੁਣ ਸਾਨੂੰ ਲੋੜ ਪੈਂਦੀ ਹੈ, ਜੇ 1000 ਦੀ, 2000 ਦੀ, 5000 ਦੀ, ਅਸੀਂ ਆੜ੍ਹਤੀ ਕੋ ਫੜ ਲਈਦਾ, ਲਿਆ ਕੇ ਤੇ ਆਪਣਾ ਟਾਈਮ ਪਾਸ ਕਰ ਲਈਦਾ। ਬੰਦੇ ਦਿਹਾੜੀ ਤੇ ਡਾਉਣੇ ਆ, ਜਾਂ ਕੋਈ ਬੀਜ ਲਿਆਉਣਾ ਵਾ, ਜਾਂ ਖਾਦ ਲਿਆਉਣੀ ਆ, ਕੋਈ ਟਰੈਕਟਰ ਦਾ ਤੇਲ ਲਿਆਉਣਾ, ਦਵਾਈ ਲਿਆਉਣੀ, ਅਸੀਂ ਆੜ੍ਹਤੀ ਕੋ ਭੱਜ ਕੇ ਲੈ ਲਈਦੇ। ਤੇ ਬਾਕੀ ਜੇ ਸਰਕਾਰ ਤੋਂ ਕਿਸ ਤਰ੍ਹਾਂ ਲੈਣ ਜਾਵਾਂਗੇ? ਤੁਸੀਂ ਜਿਵੇਂ ਤੁਹਾਨੂੰ ਪਤਾ ਕਿਸਾਨ ਅੰਦੋਲਨ ਚੱਲ ਰਿਹਾ, ਸ਼ਾਇਦ ਉਸ ਅੰਦੋਲਨ ਦਾ ਤੁਸੀਂ ਵੀ ਹਿੱਸਾ ਬਣੇ ਹੋਵੋਗੇ, ਤਾਂ ਬਹੁਤ ਸਾਰੇ ਫਿਲਮੀ ਸਿਤਾਰਿਆਂ ਨੇ ਉਸ ਕਿਸਾਨੀ ਸੰਘਰਸ਼ ਦਾ ਵਿਰੋਧ ਕੀਤਾ। ਇਹਨਾਂ ਦਾ ਕਹਿਣਾ ਹੈ ਕਿ ਇਹ ਕਿਸਾਨ ਜਿਹੜੇ ਨੇ ਇਹਨਾਂ ਨੇ 10-10 ਲੱਖ ਦੀਆਂ ਗੱਡੀਆਂ ਰੱਖੀਆਂ ਹੋਈਆਂ ਨੇ, ਇਹਨਾਂ ਨੂੰ ਬਾਹਰੋਂ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਆ। ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ? ਅਸੀਂ ਤੇ ਕੁਛ ਨਹੀਂ ਵੇਖਦੇ, ਅਸੀਂ ਤੇ ਆਪਣੀ ਮਿਹਨਤ ਕਰਕੇ ਖਾਣ ਵਾਲੇ, ਸਾਨੂੰ ਤੇ ਇਹਨਾਂ ਗੱਲਾਂ ਦਾ ਪਤਾ ਨਹੀਂ। ਤੇ ਕੀ ਹੈ, ਸਰਕਾਰਾਂ ਜੋ ਮਰਜ਼ੀ ਆਖੀ ਜਾਣ, ਸਰਕਾਰਾਂ ਦੀ ਕਿਹੜੀ ਗੱਲ ਆ। ਬਾਕੀ ਅਸੀਂ ਤਾਂ ਆਪਣੀ ਕਮਾਈ ਤੇ ਰੋਟੀ ਖਾਣੀ, ਜਿਹੜੀ ਕਮਾਈ ਕਰਨੇ 10 ਨਵਾਂ ਦੀ ਕਿਰਤ ਕਰੀਦੀ ਹੈ ਤੇ ਖਾਈਦੀ ਹੈ। ਤੇ ਸਰਕਾਰਾਂ ਜੋ ਮਰਜ਼ੀ ਬਾਹਰੋਂ ਕਰੀਦਾ, ਕਿਹਨੂੰ ਆਉਂਦਾ ਤੇ ਕਿਹਨੂੰ ਨਹੀਂ ਆਉਂਦਾ, ਸਾਨੂੰ ਤਾਂ ਪਤਾ ਨਹੀਂ ਇਹ ਗੱਲ ਦਾ। ਜਿਵੇਂ ਘੱਟ ਏਕੜ ਤੁਹਾਡੀ ਜ਼ਮੀਨ ਹੈ, ਇਸ ਵਾਰ ਮੀਂਹ ਵੀ ਪਿਆ ਵਾ, ਤਾਂ ਮੀਂਹ ਦੇ ਨਾਲ ਕਾਫੀ ਫਸਲਾਂ ਦਾ ਨੁਕਸਾਨ ਵੀ ਹੋਇਆ। ਤੁਹਾਡੀ ਜਿਹੜੀ 2 ਏਕੜ ਜ਼ਮੀਨ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ? ਨਹੀਂ, ਅਜੇ ਤਾਂ ਨਹੀਂ, ਮੀਂਹ ਨਾਲ ਨਹੀਂ ਕੋਈ ਹੋਇਆ। ਬਾਕੀ ਇਹ ਲੋਕਡਾਊਨ ਨਾਲ ਬਹੁਤ ਜ਼ਿਆਦਾ ਵੱਡਾ ਨੁਕਸਾਨ ਸਾਨੂੰ ਪਿਆ, ਬਹੁਤ ਘਾਟਾ ਪਿਆ। ਜੇ ਸਰਕਾਰ ਲੋਕਡਾਊਨ ਲਗਾਉਂਦੀ ਆ ਤਾਂ ਤੁਹਾਡੇ ਵਰਗੇ ਛੋਟੇ ਕਿਸਾਨ ਜਿਹੜੇ ਆ ਉਹਨਾਂ ਦਾ ਨੁਕਸਾਨ ਹੋਣਾ ਦਿਖ ਰਿਹਾ? ਬਹੁਤ ਜੀ, ਬਹੁਤ ਜ਼ਿਆਦਾ। ਨਿੱਕਾ ਜ਼ਿਮੀਂਦਾਰ ਤੇ ਉੱਕਾ ਮਾਰਿਆ ਜਾਊਗਾ, ਖਤਮ ਹੋ ਜਾਊਗਾ ਜੇ ਲੋਕਡਾਊਨ ਲੱਗ ਗਿਆ। ਜਿਹੜਾ ਇਸ ਤਰ੍ਹਾਂ ਹੁਣ ਸਬਜ਼ੀ ਲਾਈ ਹੈ ਜਿਹਨੇ, ਉਹ ਤੇ ਗਿਆ। ਬਾਕੀ ਜੇ ਹੁਣ ਸਰਕਾਰਾਂ ਦੀ ਕਣਕ ਵੀ ਨਹੀਂ ਗਾਹ ਚੁੱਕੂਗੀ, ਨਹੀਂ ਚੁੱਕਣਾ ਮੁਸ਼ਕਿਲ ਹੈ। ਤੇ ਹੁਣ ਸਰਕਾਰ ਤੇ ਚਾਰੇ ਬੰਨੇ ਡਈ ਸਾਨੂੰ ਰਗੜਨ ਡਈ, 4 ਸਵੇਰੇ ਕਿਸਾਨ ਨੂੰ ਮਾਰਨ ਡਈ, ਮਾੜੀ ਗੱਲ ਹੈ। ਜਿਵੇਂ ਤੁਸੀਂ 2 ਏਕੜ ਜ਼ਮੀਨ ਦੇ ਵਿੱਚ ਸਾਰੀ ਕਣਕ ਲਾਉਂਦੇ ਹੋ, ਤੁਹਾਨੂੰ ਉਹ ਬੈਨੀਫਿਟ ਰਹਿੰਦਾ ਕਿ ਜਾਂ ਸਾਰੀ ਸਬਜ਼ੀ ਲਾਉਂਦੇ ਹੋ ਉਹ ਠੀਕ ਰਹਿੰਦਾ? ਨਹੀਂ, ਜਿੰਨੇ ਸਾਨੂੰ ਸਬਜ਼ੀ ਵਾਲਾ ਹੈਗਾ ਠੀਕ ਹੈ ਕੰਮ। ਬਾਕੀ ਉਹ ਕਣਕ ਦਾ ਨਹੀਂ, ਉਹ ਕਣਕ ਦਾ ਤਾਂ ਅਸੀਂ ਆੜ੍ਹਤੀ ਪਹਿਲਾਂ ਚੁੱਕ ਜ਼ਿਆਦਾ ਖਾ ਲਈਦੇ, ਖਰਚਾ ਜ਼ਿਆਦਾ ਚੁੱਕ ਲਈਦਾ। ਇਹ 'ਚ ਚਲੋ ਇੰਨਾ ਕਿ ਉਹਨੇ ਲਾਈ ਜੇ ਤੇ ਉਹਨੇ ਕੁ ਤੁਰੇ ਆਉਂਦੇ, ਉਹਨੇ ਕੁ ਲਾਈ ਜੇ ਤੇ ਉਹਨੇ ਤੁਰੇ ਆਉਂਦੇ ਨੇ ਖਾਣ ਜੋਗੇ। ਤੇ ਬਾਕੀ ਜੇ ਰੇਟ ਲੱਗ ਜੇ ਤੇ 4 ਪੈਸੇ ਬਣ ਵੀ ਜਾਂਦੇ ਨੇ। ਤੇ ਬਾਕੀ ਜੇ ਇਹ ਲੋਕਡਾਊਨ ਲੱਗ ਜੇ ਤੇ ਫਿਰ ਤਾਂ ਰਗੜੇਗਾ, ਫਿਰ ਮੁਸ਼ਕਿਲ ਹੈ। ਜਿਵੇਂ ਕਿਸਾਨ ਲਖਵਿੰਦਰ ਸਿੰਘ ਨੇ ਸਾਨੂੰ ਦੱਸਿਆ ਕਿ ਉਹਨਾਂ ਵੱਲੋਂ 2 ਏਕੜ ਦੇ ਵਿੱਚ ਗੋਭੀ ਵੀ ਬੀਜੀ ਗਈ ਹੈ, ਤੋਰੀਆਂ ਬੀਜੀਆਂ ਗਈਆਂ ਹਨ, ਤਾਂ ਕਰੇਲੇ ਬੀਜੇ ਗਏ ਹਨ। ਤੁਸੀਂ ਵੇਖ ਸਕਦੇ ਹੋ ਖੇਤ ਦੇ ਵਿੱਚ ਕਿਸ ਤਰ੍ਹਾਂ ਕਿਸਾਨ ਦੇ ਵੱਲੋਂ ਜਿਹੜਾ ਉਹ ਗੋਭੀ ਦੀ ਜਿਹੜੀ ਫਸਲ ਬੀਜੀ ਗਈ ਹੈ। ਸਾਡੇ ਨਾਲ ਲਖਵਿੰਦਰ ਸਿੰਘ ਫਿਰ ਜੁੜ ਚੁੱਕੇ ਨੇ। ਲਖਵਿੰਦਰ ਸਿੰਘ ਜੀ, ਜਿਵੇਂ ਤੁਸੀਂ ਆ ਗੋਭੀ ਦਾ ਖੇਤ ਬੀਜਿਆ ਹੋਇਆ, ਕਿੰਨੇ ਸਮੇਂ ਤੋਂ ਬੀਜਿਆ? ਇਹਨੂੰ ਹੋ ਗਏ 4 ਮਹੀਨੇ ਹੋ ਗਏ ਨੇ, 4 ਮਹੀਨੇ ਹੁਣ ਤਿਆਰ ਹੈ, ਬਿਲਕੁਲ ਵੱਢਣ ਦੇ ਵਰਾਂਗ ਹੋ ਗਈ। ਇਸ ਸਮੇਂ ਮੰਡੀ ਦੇ ਵਿੱਚ ਗੋਭੀ ਦਾ ਕੀ ਰੇਟ ਚੱਲ ਰਿਹਾ? ਇਸ ਵੇਲੇ 2.5-3 ਰੁਪਏ ਚੱਲ ਰਿਹਾ ਜੋ। ਤੇ ਕਿਸਾਨ ਦੇ ਪੱਲੇ ਕੁਛ ਨਹੀਂ ਜੋ ਪੈਣ ਡਿਆ, ਕਿਸਾਨ ਦਾ ਬਹੁਤ ਬੁਰਾ ਹਾਲ ਆ। ਇਹ ਸਬਜ਼ੀ ਵੇਚਣ ਦਾ ਨਾ ਤੇ ਖੜਦਾ ਵੀ, ਵੱਢ ਕੇ ਖੜਨ ਜੋਗੇ ਨੂੰ, ਤੇ ਨਾ ਹੀ ਛੱਡਣ ਜੋਗੇ। ਕੀ ਕਰੀਏ, ਕਿੱਧਰ ਜਾਵਾਂਗੇ? ਤਾਂ ਜਿਵੇਂ ਗੱਲ ਕੀਤੀ ਵੀ ਆ ਗੋਭੀ ਦਾ ਫੁੱਲ, ਹੁਣ ਤੁਹਾਡੀ ਗੋਭੀ ਤਿਆਰ ਹੋ ਗਈ ਆ, ਜਿੰਨੇ ਚਿਰ ਨੂੰ ਹੁਣ 2-3 ਰੁਪਏ ਵਿਕਣ ਡਈ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਰੇਟ ਵਧੇਗਾ ਕਿ ਘਟੇਗਾ? ਜਿਵੇਂ
ਇਹ ਨਹੀਂ ਕੋਈ ਪਤਾ, ਇਹ ਦੱਸ ਨਹੀਂ ਸਕਦੇ ਆਪਾਂ। ਹੂੰ ਸ਼ਾਇਦ ਵੱਧ ਜਾਵੇ ਤੇ ਵੱਧ ਜਾਵੇ, ਤੇ ਭਾਵੇਂ ਇਹਦੋਂ ਵੀ ਹੋਰ ਡਾਊਨ ਹੋ ਜੇ। ਗਾਂ ਕਿ ਨਵੀਆਂ ਸਬਜ਼ੀਆਂ ਤਿਆਰ ਹੋਣ ਡੈ ਪੈਣੀਆਂ, ਇਹਨੂੰ ਮੁੜ ਕੇ ਕਿਹਨੇ ਪੁੱਛਣਾ। ਤਾਂ ਜਿਵੇਂ ਆ ਇੱਕ ਫੁੱਲ ਮੈਂ ਦਿਖਾਵਾਂ ਆਪਣੇ ਦਰਸ਼ਕਾਂ ਨੂੰ, ਇਹ ਫੁੱਲ ਹੈ ਗੋਭੀ ਦਾ, ਤਾਂ ਕਿੰਨਾ ਕੁ ਖਰਚਾ ਇਸ ਫੁੱਲ ਦੇ ਇਹਨੂੰ ਬੂਟੇ ਤੇ ਲੱਗਾ ਹੋਇਆ? ਇਹ ਖਰਚਾ ਤੇ ਜੀ ਘੱਟੋ ਘੱਟ 5-6 ਰੁਪਏ ਇੱਕ ਬੂਟੇ ਤੇ ਖਰਚਾ ਆ ਚੁੱਕਾ ਜੀ। ਹੂੰ 1 ਰੁਪਈਆ ਤੇ ਸਾਡਾ ਲਾਉਣ ਤੇ ਤਿਆਰ ਉਸ ਪੁੱਟਣ ਤੇ ਪਨੀਰੀ ਲੱਗ ਜਾਂਦਾ ਸਾਡਾ ਖਰਚਾ। ਤੇ ਬਾਕੀ ਇੱਥੇ ਸਪਰੇਵਾਂ ਜੋ ਗੋਡੀਆਂ ਜੋ ਖਾਦਾਂ ਜੇ, ਬਾਕੀ ਤੇਲ ਹਵਾਈ ਟਰੈਕਟਰ ਦਾ ਜੋ ਜ਼ਮੀਨ ਦਾ ਖਰਚਾ ਕਿੰਨਾ ਪੈ ਜਾਂਦਾ ਜੋ, ਇੱਥੇ 6-7 ਰੁਪਏ ਹਿਸਾਬ ਨਾਲ ਖਰਚਾ ਸਾਡਾ ਇੱਕ ਬੂਟੇ ਤੇ ਪੈਣ ਡਿਆ ਜੀ। ਇੱਕ ਬੂਟੇ ਤੋਂ ਕਿੰਨੇ ਕਿਲੋ ਨਿਕਲਦੀ ਹੈ ਗੋਭੀ? ਇਹ ਚੰਗਾ ਫੁੱਲ ਹੋ ਜਾਵੇ 1.5 ਕਿਲੋ 2 ਕਿਲੋ ਦਾ ਹੋ ਜਾਂਦਾ। ਤੇ ਜਿਵੇਂ ਤੁਸੀਂ ਦੱਸਿਆ 2-3 ਰੁਪਏ ਵਿਕਣ ਦੀ ਹੈ, ਤੇ ਖਰਚੇ ਕਿੱਦਾਂ ਪੂਰੇ ਹੋਣਗੇ ਤੁਹਾਡਾ ਵੀ? ਤੇ ਜੀ ਇਹ ਖਰਚੇ ਕਿੱਥੋਂ ਪੂਰੇ ਹੋਣੇ ਆ? ਕੋਈ ਹਾਲ ਨਹੀਂ ਜੀ, ਮਾੜਾ ਬਹੁਤ ਮੰਦਾ ਹਾਲ ਆ। ਇਹ ਘੱਟ 15 ਰੁਪਏ ਕਿਸਾਨ ਨੂੰ ਮਿਲਣ ਕਿਲੋ ਦੇ, ਤੇ ਫਿਰ ਕੁਛ ਨਾ ਕੁਛ ਪੱਲੇ ਪੈ ਸਕਦਾ। ਜੇ 5-4 ਰੁਪਏ ਇਹਨਾਂ ਨੂੰ ਕੁਛ ਨਹੀਂ ਬਣਨਾ। ਤੁਹਾਡੀ ਮੰਡੀ ਦੇ ਵਿੱਚ ਕੀ ਭਾਅ ਜਾਂਦੀ ਜਦੋਂ ਤੁਸੀਂ ਮੰਡੀ ਸੁੱਟ ਕੇ ਆਉਂਦੇ ਹੋ ਗੋਭੀ, ਤਾਂ ਕੀ ਭਾਅ ਜਾਂਦੀ ਹੈ? ਸਾਡਾ ਮੰਡੀ ਕੋਈ ਨਹੀਂ ਭਾਅ ਹੈਗਾ ਵੀ, ਉੱਥੇ ਵੀ ਇਹੋ ਲਿਫਾਫੇ ਦਾ ਜੋ 60-70 ਰੁਪਏ ਦਾ ਲਿਫਾਫਾ 25 ਕਿਲੋ ਦਾ ਜੋ ਹੁਣ ਵੀ ਸੁੱਟ ਕੇ ਆਈਦਾ, ਕੋਈ 50 ਦੇ ਲੱਗ ਜਾਂਦਾ, ਕੋਈ 70 ਲੱਗ ਜਾਂਦਾ, ਕੋਈ 80 ਲੱਗ ਜਾਂਦਾ ਜੋ। ਬਸ ਇਹੋ ਹਾਲ ਜੋ ਸਾਡਾ। ਤਾਂ ਗੋਭੀ ਖੜਦੇ ਕਾਤੇ ਹੋ? ਅਸੀਂ ਮੈਂ ਤੇ ਖੜਦਾ ਥੋੜੀ ਬਹੁਤੀ ਆ, ਜਿਹਨਾਂ ਘੱਟ ਆ ਮੋਟਰਸਾਈਕਲ ਤੇ ਲੈ ਜਾਈਦੀ ਆ, ਕੋਈ 10 ਲਿਫਾਫੇ ਲੈ ਜਾਈਦੇ ਉੱਤੇ ਲੱਦ ਕੇ ਤੇ ਲੈ ਜਾਈਦੇ, ਮੁੜ ਕੇ ਬਾਅਦ ਚ ਜੋ ਜ਼ਿਆਦਾ ਹੋ ਜੂ ਫਿਰ ਵੱਡੇ ਸ਼ਾਂਤ 700-800 ਰੁਪਏ ਦੀ ਗੋਭੀ ਦਾ ਤੁਸੀਂ ਜਿਹੜੇ ਲਿਫਾਫੇ ਵੇਚ ਕੇ ਆਉਂਦੇ ਹੋ? 700-800 ਤੇ ਕਿੱਥੋਂ ਵਿਕਣੀ ਹੈ ਜੀ? 10 ਲਿਫਾਫੇ ਕਿੱਥੋਂ ਹੋਏ ਨੇ ਇਹਨਾਂ ਦੇ? 50-60 ਦਾ ਹੋ ਗਿਆ, ਕਿੰਨੇ ਦਾ ਬਣ ਜੂ? 500 ਦਾ 400 ਦਾ ਬਣ ਜੂ। ਤੇ ਉੱਥੇ 100-150 ਦਾ ਖਰਚਾ ਤੇਲ ਦਾ ਪੈ ਜਾਣਾ ਵਿੱਚ, ਕੋਈ ਲਿਫਾਫਿਆਂ ਦਾ ਖਰਚਾ ਪੈ ਗਿਆ, ਕੋਈ ਲੇਬਰ ਦਾ ਪੈ ਗਿਆ, ਤੇ ਸਾਨੂੰ ਤਾਂ ਕੱਖ ਨਹੀਂ ਬਚਣ ਡਿਆ। ਜਿਵੇਂ ਤੁਸੀਂ ਦੱਸਿਆ ਕਿ 5-6 ਰੁਪਏ ਤੇ ਖਰਚਾ ਲੱਗ ਗਿਆ ਇਸ ਗੋਭੀ ਦੇ ਫੁੱਲ ਤੇ, ਤਾਂ ਕਿਤੇ ਨਾ ਕਿਤੇ ਦਵਾਈਆਂ ਦੇ ਖਰਚੇ, ਇਹਨੂੰ ਕੀੜੇ ਦਾ ਨੁਕਸਾਨ ਵੀ ਹੁੰਦਾ ਹੋਊਗਾ? ਆ ਕੀੜੇ ਦਾ ਵੇਖ ਲਓ ਜੀ, ਆ ਕੀੜਾ ਸਾਡੇ ਕੋਲ ਆਂਡੇ ਫਿਰ ਦਿੱਤੇ ਨੇ, ਫਿਰ ਦਵਾਈ ਦੀ ਤਿਆਰੀ ਸਾਡੀ, ਫਿਰ ਦਵਾਈ ਪਾਉਣੀ ਪੈਣੀ ਸਾਨੂੰ। ਆ ਵੇਖੋ, ਇਹ ਖਰਚਾ ਸਾਡੇ ਤੇ ਬਹੁਤ ਜ਼ਿਆਦਾ ਚੜ੍ਹਨ ਦੇ, ਬੋਝ ਬਹੁਤ ਭਾਰਾ ਸਾਡੇ ਖਰਚੇ ਦਾ। ਤੇ ਕਿਵੇਂ ਖਰਚੇ ਸਾਰੇ ਕਿੱਦਾਂ ਪੂਰੇ ਹੁੰਦੇ? ਤੁਸੀਂ ਜਿਵੇਂ ਦੱਸਿਆ ਕਿ ਗੋਭੀ ਦੇ ਫੁੱਲ ਦੇ ਉੱਤੇ ਦੂਣਾ ਦੇ ਉੱਤੇ ਖਰਚਾ ਲੱਗ ਗਿਆ? ਦੂਣਾ ਲੱਗ ਗਿਆ ਜੀ, ਲੱਗ ਗਿਆ ਬਿਲਕੁਲ ਜੀ। ਇਹ ਘੱਟੋ ਘੱਟ ਕਿਸਾਨ ਨੂੰ 15 ਰੁਪਏ ਚਾਹੀਦੇ ਕਿਲੋ ਦੇ ਮਗਰ ਮਿਲਣ, ਤੇ ਫਿਰ ਕਿਸਾਨ ਦਾ ਹੱਕ ਪੂਰਾ ਹੁੰਦਾ ਹੈ। ਜਿਹੜਾ ਇਹ 2-2.5 ਰੁਪਏ ਕਿਲੋ, ਇਹ ਤੇ ਸਾਨੂੰ ਪੱਲਿਓਂ ਪੈਣ ਡਿਆ ਵਾ। ਇਹ ਤੇ ਕਿਸਾਨੀ ਇਹ ਸਭ ਖਤਮ ਹੋ ਚੁੱਕੀ ਸਾਡੀ। ਲਖਵਿੰਦਰ ਸਿੰਘ ਜੀ, ਸਰਕਾਰਾਂ ਕਿਉਂ ਨਹੀਂ ਸੋਚਦੀਆਂ? ਕਿਸਾਨ ਬਾਰ-ਬਾਰ ਇਹੀ ਰੋਂਦਾ ਹੈ ਕਿ ਮੈਨੂੰ ਫਸਲਾਂ ਦਾ ਰੇਟ ਨਹੀਂ ਮਿਲਦਾ, ਮੈਨੂੰ ਸਬਜ਼ੀਆਂ ਦਾ ਰੇਟ ਨਹੀਂ ਮਿਲਦਾ। ਤਾਂ ਮਿਹਨਤ ਵੀ ਕਿਸਾਨ ਜਿਹੜੀ ਉਹ ਖੇਤਾਂ ਦੇ ਵਿੱਚ, ਤੁਸੀਂ ਜਿਵੇਂ ਵੇਖਿਆ ਸੀ ਕਿ ਤੁਸੀਂ ਪੂਰੀ ਮਿਹਨਤ ਕਰ ਰਹੇ ਹੋ, ਕਿਉਂ ਨਹੀਂ ਮੁੱਲ ਮਿਲਦਾ? ਨਹੀਂ ਮਿਲਦਾ ਜੀ, ਇਹ ਤੇ ਨਹੀਂ ਜੋ ਸਾਨੂੰ ਮਿਲ ਸਕਦਾ ਖਰਚ, ਕਦੀ ਨਾ ਸਰਕਾਰ ਹੀ ਦਿੰਦੀ ਹੈ ਤੇ ਨਾ ਹੀ ਸਾਡਾ ਪੂਰਾ ਹੋ ਸਕਦਾ ਜੀ, ਕਦੀ ਨਹੀਂ ਹੋ ਸਕਦਾ ਜੀ। ਬਹੁਤ ਮਾੜਾ ਹਾਲ ਜੋ ਕਿਸਾਨ ਤੇ ਮਾੜਾ, ਜਿਹੜਾ ਮਾੜੇ ਤੋਂ ਮਾੜਾ ਅੱਗੇ ਮਰਿਆ ਵਾ, ਉਤੋਂ ਹੋਰ ਸਰਕਾਰਾਂ ਮਾਰੀ ਜਾਂਦੀਆਂ ਨੇ। ਤੇ ਕਿਸ ਤਰ੍ਹਾਂ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਫਿਰ? ਇਹਦੇ ਛੋਟੀ ਜ਼ਮੀਨ ਆ, ਸਭ ਤੋਂ ਛੋਟੇ ਕਿਸਾਨ ਹੋ ਤੁਸੀਂ। ਕਿਸਾਨ ਹੁਣ ਤੇ ਵੇਖੋ ਜੀ, ਆ 2 ਸਾਲ ਹੋ ਗਏ ਨੇ, ਸਾਡਾ ਤੇ ਉੱਕਾ ਹੀ ਨਾ ਖਤਮ ਹੀ ਹੋ ਗਿਆ ਕੰਮ। 3-4 ਲੱਖ ਰੁਪਈਆ ਸਾਡੇ ਉੱਤੇ ਕਰਜ਼ਾ ਚੜ ਚੁੱਕਾ ਹੈ। ਇਹ ਹੁਣ ਕਰਜ਼ਾ ਕਿਸ ਤਰ੍ਹਾਂ ਲੱਥਣਾ ਸਾਨੂੰ ਹੁਣ ਗਾਂ ਪਤਾ ਨਹੀਂ। ਸਰਕਾਰਾਂ ਫੇਰ ਗਾਂ ਹੜਤਾਲਾਂ ਕਰੀ ਫਿਰਦੀਆਂ ਨੇ, ਲੋਕਡਾਊਨ ਨੂੰ ਲਾਉਣ ਨੂੰ ਫਿਰਦੀਆਂ ਨੇ। ਹੁਣ ਜਿਹੜੇ ਖਰਚੇ ਸਾਡੇ ਲੱਗੇ ਉਹ ਸਾਡੇ ਵਾਪਸ ਕਿਸ ਤਰ੍ਹਾਂ ਹੋਣੇ ਨੇ? ਉਹ ਸਾਡੇ ਤੇ ਹੋਰ ਚੜ੍ਹਦੇ ਜਾਂਦੇ, ਡਬਲ ਹੁੰਦੇ ਜਾਂਦੇ। 4 ਲੱਖ ਰੁਪਏ ਕਰਜ਼ਾ ਕਿਵੇਂ ਚੜ ਗਿਆ ਤੁਹਾਡੇ ਤੇ? ਇੱਥੇ ਤਰ੍ਹਾਂ ਹੀ ਵੇਖੋ ਜੀ, ਕਰੇਲਾ ਲਾਇਆ ਸੀ ਮੈਂ, ਕਰੇਲਾ ਮਿੱਟੀ ਹੋ ਗਿਆ। ਹੁਣ ਆਹ ਗੋਭੀ ਆ, ਤੇ ਗੋਭੀ ਮੇਰੀ ਮਿੱਟੀ ਹੋ ਗਈ। ਇਹ ਮੈਨੂੰ ਕੁਛ ਨਹੀਂ ਮਿਲਿਆ। 3000 ਰੁਪਏ ਕਿੱਲੇ 'ਚ ਸਾਰਾ ਮੈਂ ਵੱਟਿਆ, ਕਿੱਲੇ ਇੱਕ 'ਚੋਂ, ਤੇ ਖਤਮ ਹੋ ਚੁੱਕਾ। ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਹਰ ਵਾਰ ਸਬਜ਼ੀ 'ਚੋਂ ਘਾਟਾ ਪੈ ਰਿਹਾ, ਫਿਰ ਸਬਜ਼ੀ ਲਾਉਂਦੇ ਕਿਉਂ ਜੇ ਤੁਹਾਨੂੰ ਘਾਟਾ ਹੀ ਪੈਂਦਾ? ਨਹੀਂ, ਹੁਣ ਵੇਖੋ ਜੀ, ਨੀਵੇਂ ਨਿੱਕੇ ਕਿਸਾਨ ਨੇ, ਹੁਣ ਕੀ ਕਰੀਏ? ਕਿਹੜੇ ਬੰਨੇ ਜਾਈਏ? ਕਣਕ ਝੋਨਾ ਲਾਈਏ ਤਾਂ ਉਹਨੇ ਸਾਨੂੰ ਕੁਛ ਮਿਲਦਾ। ਤੇ ਹੁਣ ਸਬਜ਼ੀ ਦੇ ਵਿੱਚੋਂ ਚਲੋ ਮਾਰ ਤੋਂ ਪਹਿਲਾਂ ਚੱਲਦਾ ਸੀ ਸਾਡਾ ਪੂਰਾ ਗੁਜ਼ਾਰਾ ਵਧੀਆ ਹੈ। ਅੱਜ ਪਿਛਲੇ ਸਾਲ ਦਾ ਤਾਂ ਸਾਡਾ ਉੱਕਾ ਖਤਮ ਹੀ ਹੋ ਗਿਆ ਕੰਮ, ਜੋ ਵੀ ਹੈਗਾ ਨਾ ਬਿਲਕੁਲ ਖਤਮ ਹੋ ਚੁੱਕਾ। ਤੇ ਗਾਂ ਆਉਣ ਵਾਲਾ ਹੁਣ ਉਦੋਂ ਗਾਂ ਬਰਬਾਦ ਹੋਣ ਡਿਆ ਜ਼ਿਆਦਾ। ਇੱਕ ਵੀ ਜੀ ਸਾਹਮਣੇ ਆਈ ਹੈ ਕਿ ਪਿਛਲੇ ਦਿਨੀ ਮੀਂਹ ਪਏ ਸੀ ਤੇ ਕਾਫੀ ਕਿਸਾਨਾਂ ਨੇ ਆਪਣੀਆਂ ਕਣਕਾਂ ਜਿਹੜੀਆਂ ਸੀ ਉਹ ਵੱਢ ਕੇ ਡੰਗਰਾਂ ਨੂੰ ਪਾਉਣੀ ਸ਼ੁਰੂ ਕਰਤੀਆਂ। ਕਿਸਾਨਾਂ ਦਾ ਕਹਿਣਾ ਸੀ ਕਿ ਸਾਨੂੰ ਮੰਡੀਆਂ ਦੇ ਵਿੱਚ 6-6 ਮਹੀਨੇ ਰੋਲਣਾ ਪੈਂਦਾ, ਭਾਅ ਨਹੀਂ ਮਿਲਦਾ, ਉਹਦੇ ਨੂੰ ਚੰਗਾ ਡੰਗਰਾਂ ਨੂੰ ਵੱਢ ਦਿਓ। ਤੁਸੀਂ ਕਿਵੇਂ ਵੇਖਦੇ ਹੋ ਉਹਨਾਂ ਕਿਸਾਨਾਂ ਵੱਲ? ਉਹਨਾਂ ਨਾਲ ਵੇਖਣਾ ਹਮੇਸ਼ਾ ਖਰਚੇ ਦੇ ਹਿਸਾਬ ਨਾਲ ਹੀ ਹੈ ਜੀ। ਜੋ ਖਰਚਾ ਨਹੀਂ ਪੂਰਾ ਹੋਣਾ ਤੇ ਕਿਸਾਨ ਕੀ ਕਰੂਗਾ? ਕਿਸਾਨ ਤੇ ਮਾਰਿਆ ਗਿਆ। ਕਿਸਾਨ ਦਾ ਬਹੁਤ ਬੁਰਾ ਹਾਲ ਜੋ। ਤੇ ਬਾਕੀ ਇਹ ਸਰਕਾਰਾਂ ਜਿਹੜੀਆਂ ਬੈਠੀਆਂ ਨੇ, ਇਹਨਾਂ ਗਾੜੀ ਬੇਨਤੀ ਸਾਡੀ ਵੀ ਮਹਾਰਾਜ ਇਹਨਾਂ ਦੇ ਮੱਤ ਬੁੱਧ ਪਾਵੇ। ਇਹ ਜੇ ਖੇਤੀ ਕਾਨੂੰਨ ਨੇ ਇਹ ਵਾਪਸ ਲੈ ਜਾਣ ਤੇ ਸਾਨੂੰ ਥੋੜਾ ਬਹੁਤਾ ਜ਼ਿਮੀਂਦਾਰ ਨੂੰ ਰਾਹਤ ਹੋ ਜਾਵੇ। ਜੇ ਖੇਤੀ ਕਾਨੂੰਨ ਦੇਸ਼ ਦੇ ਵਿੱਚ ਲਾਗੂ ਹੁੰਦੇ ਆ ਤੇ ਸਭ ਤੋਂ ਜ਼ਿਆਦਾ ਕਿੰਨਾ ਕਿਸਾਨਾਂ ਨੂੰ ਮਾਰ ਪਊਗੀ? ਉਹ ਨੀਵੇਂ ਨਿੱਕੇ ਕਿਸਾਨ ਨੂੰ ਪੈ ਸਕਦੀ ਹੈ, ਵੱਡੇ ਨੂੰ ਪੈ ਸਕਦੀ, ਸਾਰੇ ਕਿਸਾਨਾਂ ਨੂੰ ਹੋ ਸਕਦਾ ਜੀ। ਸਾਰੇ ਕਿਸਾਨਾਂ ਨੂੰ, ਨਿੱਕੇ ਵੱਡੇ ਨੂੰ, ਸਾਰਿਆਂ ਨੂੰ ਘਾਟਾ ਹੈ, ਵਾਧਾ ਕਿਸੇ ਨੂੰ ਜੀ ਮਿਲਣਾ।
ਸੋ ਇਹ ਸਨ ਸਰਹੱਦੀ ਏਰੀਏ ਦੇ ਸਭ ਤੋਂ ਛੋਟੇ ਕਿਸਾਨ ਜਿਨ੍ਹਾਂ ਦੇ ਕੋਲ 2 ਏਕੜ ਜ਼ਮੀਨ ਹੈ। ਉਹਨਾਂ ਨੇ ਦੱਸਿਆ ਹੈ ਕਿ 2 ਏਕੜ ਜ਼ਮੀਨ ਦੇ ਵਿੱਚ ਉਹ ਕਿਸ ਤਰ੍ਹਾਂ ਆਪਣਾ ਪੂਰਾ ਪਰਿਵਾਰ ਚਲਾਉਂਦੇ ਹਨ। 2 ਏਕੜ ਦੇ ਵਿੱਚ ਕਿੰਨੀ ਜਗ੍ਹਾ ਦੇ ਵਿੱਚ ਉਹ ਕਣਕ ਬੀਜਦੇ ਹਨ ਤੇ ਕਿੰਨੀ ਜਗ੍ਹਾ ਦੇ ਵਿੱਚ ਉਹ ਸਬਜ਼ੀਆਂ ਬੀਜ ਕੇ ਗੁਜ਼ਾਰਾ ਆਪਣੇ ਪਰਿਵਾਰ ਦਾ ਕਰਾਉਂਦੇ ਹਨ। ਜੇ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਕਿਤੇ ਨਾ ਕਿਤੇ ਬੜੇ ਦਾਅਵੇ ਕਰਦੀਆਂ ਕਿਸਾਨੀ ਸੰਘਰਸ਼ ਨੂੰ ਲੈ ਕੇ, ਕਿਸਾਨਾਂ ਦੇ ਹੱਕ ਦੇ ਲਈ ਕਿ ਅਸੀਂ ਜੋ ਵੀ ਇਹ ਸਹੂਲਤਾਂ ਲਿਆਂਦੀਆਂ ਹਨ ਕਿਸਾਨਾਂ ਦੇ ਹੱਕ ਦੇ ਵਿੱਚ ਲੈਂਦੀਆਂ ਹਨ, ਪਰ ਕਿਤੇ ਨਾ ਕਿਤੇ ਇਹ ਦਾਅਵੇ ਖੋਖਲੇ ਨਜ਼ਰ ਆਉਂਦੇ ਨੇ। ਕੈਮਰਾਮੈਨ ਅਰਸ਼ਦੀਪ ਦੇ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ ਹਿਮਾਚਲ, ਅੰਮ੍ਰਿਤਸਰ।